अगला शब्द जिहड़ा है वो है योग शब्दं ज्ञान शब्दं वेद शब्दं ब्राह्मण। ये जिहड़ा श्लोक है ये आसा की वार च भी आउंदा है और श्लोक सहस कीर्ति विच भी आउंदा है। तो ये बारे सवाल ये है कि ये लफज जिहड़ा शब्दंग है ये सस्से नूं बिंदी नाल बोलना है कि बिंदी तो बगैर बोलना है, शब्दंग बोलना है या शब्दंग है, इहदा उच्चारण की है। तो इस उच्चारण बारे जो सवाल आया मैं बेनती करांगा प्रिंसीपल सुरिंदर सिंह जी आनंदपुर साहब वाले भी कृपा करके इत्ते जरा थोड़ा जिहा खोल के चानना पाण, क्योंकि इहो जिहियां छोटियां छोटियां गल्लां जिहड़ियां ने वो कन्फ्यूज़ करदियां ने ते आपस विच जिसले कोई कुछ पढ़ रहा कोई कुछ पढ़ रहा वो ठीक नहीं लगता। तो सतगुरु जी कृपा करन कि असी बिल्कुल जो मर्यादित गल्लां ने और जिहड़ियां सही गल्लां ने उन्हां नाल जुड़ीए। तो मैं बेनती करांगा प्रिंसीपल साहब नूं भी इहदे बारे चानना पाउण। मेरे तुसीं पाओगे ਗਿਆਨੀ ਸੁਰਿੰਦਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ ਵੈਸੇ ਇਸ ਵੇਲੇ ਦੇ ਸਕਦਾ ਜਵਾਬ, ਪਰ ਮੈਂ ਵੀਰ ਜੀ ਨੂੰ ਦੇ ਦਿੱਤਾ ਸੀ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ, ਗੁਰਬਾਣੀ ਉਚਾਰਨ ਨਾਲ ਸੰਬੰਧਿਤ ਹੋਣ ਕਰਕੇ ਉਹ ਬੈਠੇ ਆ, ਮੈਨੂੰ ਉਹਨਾਂ ਦੀ ਇਜਾਜ਼ਤ ਤੁਸੀਂ ਲੈ ਲਓ। ਠੀਕ ਹੈ ਠੀਕ ਹੈ ਜੀ, ਜਿਸ ਤੇ ਉਹ ਦੇ ਸਕਦੇ ਕਿਉਂਕਿ ਮੈਂ ਅੱਜ ਫਰੀ ਹੋ ਕੇ ਬੈਠਾ ਸੀ, ਸ਼ਾਇਦ ਮੇਰੇ ਵਾਸਤੇ ਕੋਈ ਸਵਾਲ ਨਹੀਂ ਅੱਜ ਮੈਂ ਬੈਠਾ ਸੀ, ਕਿਉਂਕਿ ਜਿਹੜਾ ਦੂਜਾ ਆਇਆ ਸੀ ਪਾਹੁਲ ਤੇ ਅੰਮ੍ਰਿਤ ਵਾਲਾ ਉਹ ਅਗਲੇ ਹਫਤੇ ਪਾਤਾ ਸੀ ਤੁਸੀਂ। ਹਾਂਜੀ ਹਾਂਜੀ, ਤੇ ਉਹ ਮੈਂ ਅਗਲੇ ਹਫਤੇ ਹੀ ਕਰਾਂਗਾ, ਉਹਦੇ ਚ ਵੀ ਮੈਂ ਢਿੱਲਾ ਹੋ ਗਿਆ, ਮੈਂ ਡਿਟੇਲ ਨਾਲ ਜਦ ਪਹਿਲਾਂ ਦੇਖ ਲਵਾਂ ਆਪ। ਠੀਕ ਹੈ ਜੀ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਵੱਡੇ ਵੀਰ ਜੀ। ਹਾਂਜੀ ਹਾਂਜੀ ਹਾਂਜੀ, ਬੇਨਤੀ ਇਸ ਤਰ੍ਹਾਂ ਹੈ ਜੀ ਕਿ ਇਹ ਸੱਸਾ ਬੱਬਾ ਤੇ ਦੱਦਾ, ਹਾਂਜੀ, ਇਹਨੂੰ ਸੱਸੇ ਦੇ ਪੈਰ ਬਿੰਦੀ ਲਗਾ ਕਰਕੇ ਹੀ ਬੋਲਿਆ ਜਾਣਾ ਚਾਹੀਦਾ ਹੈ, ਕਿਉਂਕਿ ਸੰਸਕ੍ਰਿਤ ਦਾ ਸ਼ਬਦ ਹੈ ਜਿਹਦਾ ਅਰਥ ਧੁਨੀ ਦੀ ਹੈ ਅਤੇ ਗੁਰਬਾਣੀ ਦੇ ਵਿੱਚ ਅਨੇਕ ਪ੍ਰਕਾਰ ਕਰਕੇ ਹੋਰ ਅਸਥਾਂ ਵਿੱਚ ਵੀ ਇਹ ਗੁਰੂ ਸਾਹਿਬ ਨੇ ਅੰਕਿਤ ਕੀਤਾ ਹੈ। ਤੇ ਫਿਰ ਇਹਦੀਆਂ ਜਿਹੜੀਆਂ ਮਾਤਰਾ ਲੱਗੀਆਂ ਹੋਈਆਂ ਨੇ, ਸੱਸਾ ਬੱਬਾ ਦੱਦੇ ਨੂੰ ਔਂਕੜ, ਉੱਥੇ ਇੱਕ ਵਚਨ ਸ਼ਬਦ ਦੀ ਗੱਲ ਹੈ। ਸੱਸਾ ਬੱਬਾ ਦੱਦੇ ਨੂੰ ਸਿਹਾਰੀ, ਉੱਥੇ ਸ਼ਬਦ ਦੁਆਰਾ ਦੀ ਗੱਲ ਹੈ, ਸ਼ਬਦ ਰਾਹੀਂ ਦੀ ਗੱਲ ਹੈ, ਅਰਥਾਂ ਵਿੱਚ ਹੈ। ਤੇ ਜਾਣੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਵੀ ਇਹ ਸ਼ਬਦ ਜਿਸ ਰੂਪ ਦੇ ਵਿੱਚ ਵੀ ਆਇਆ ਹੋਇਆ ਹੋਵੇ ਉਹਨੂੰ ਸੱਸੇ ਦੇ ਪੈਰ ਬਿੰਦੀ ਲਗਾ ਕਰਕੇ ਹੀ ਬੋਲਣਾ ਹੈ, ਕਿਉਂਕਿ ਇਹਦਾ ਮੂਲ ਜਿਹੜਾ ਹੈ ਸ਼ਬਦ ਉਹ ਸੰਸਕ੍ਰਿਤ ਦੇ ਵਿੱਚੋਂ ਸਾਡੇ ਕੋਲ ਆਇਆ, ਗੁਰਬਾਣੀ ਦੇ ਵਿੱਚ ਆਇਆ, ਤੇ ਇਹ ਸ਼ਬਦ ਦੀ ਥਾਂ ਸ਼ਬਦ ਹੀ ਰਹਿਣਾ ਹੈ। ਪਰ ਇਹਦਾ ਜਿਹੜਾ ਕੁਛ ਮਾਤਰਾ ਦੇ ਹਿਸਾਬ ਨਾਲ, ਜਿਸ ਤਰ੍ਹਾਂ ਸ਼ਬਦੋ ਹੀ ਭਗਤ ਜਾਪਦੇ, ਉੱਥੇ ਕਨੌੜੇ ਦੇ ਨਾਲ ਆਇਆ, ਕਨੌੜੇ ਦੇ ਨਾਲ ਬਿੰਦੀ ਲਗਾ ਕਰਕੇ ਬੋਲਣਾ ਵੀ ਸ਼ਬਦ ਤੋਂ ਹੀ ਭਗਤਾਂ ਦੀ ਪ੍ਰਸਿੱਧੀ ਹੁੰਦੀ ਹੈ। ਇੱਥੇ ਪ੍ਰਸਿੱਧੀ ਦੇ ਰੂਪ ਦੇ ਵਿੱਚ ਜਿਹੜੀ ਵਿਆਖਿਆ ਕੀਤੀ ਜਾਂਦੀ ਹੈ। ਤੇ ਸ਼ਬਦੀ ਸ਼ਬਦ ਵੀ ਹੈ, ਸ਼ਬਦੀ ਦੱਦੇ ਨੂੰ ਬਿਹਾਰੀ ਨਾਲ ਵੀ ਆਇਆ ਹੈ, ਉੱਥੇ ਵੀ ਬਿੰਦੀ ਲਗਾ ਕਰਕੇ ਬੋਲਣਾ ਹੈ ਤੇ ਉਹਦਾ ਵੀ ਜਿਹੜਾ ਵਿਆਕਰਨਕ ਰੂਪ ਬਿੰਦੀ ਨਾਲ ਲੱਗਿਆ ਜਾਏਗਾ ਬਿਹਾਰੀ ਦੇ ਨਾਲ, ਉੱਥੇ ਵੀ ਸ਼ਬਦ ਦੁਆਰਾ ਹੀ ਅਰਥ ਬਣੇਗਾ। ਇਸ ਤੋਂ ਇਲਾਵਾ ਸੱਸਾ ਬੱਬਾ ਦੱਦੇ ਨੂੰ ਕਰਨਾ ਤੇ ਹਾਹਾ, ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਰੂਪ ਆਇਆ ਇੱਕ। ਸ਼ਬਦਾਂ ਮਾਹੇ ਵਿਖਾਣੀਆਂ ਵਿਰਲਾ ਤਾਂ ਬੂਝਾ ਕੋਈ, ਇਹ ਗੋੜੀ ਰਾਗ ਦੇ ਵਿੱਚ ਸ਼ਬਦ ਹੈ। ਮੁਕਾਮ ਕਰ ਘਰ ਬੈਸਣਾ ਨਿਤ ਚੱਲਣੇ ਕੀ ਧੋਖ, ਮੁਕਾਮ ਤਾਂ ਪਰ ਜਾਣੀਆਂ ਜਾਂ ਰਹਿ ਨਿਚਲ ਰੋਕ ਲੋਕ। ਇਸ ਸ਼ਬਦ ਦੇ ਵਿੱਚ ਇਹ ਆਖਰੀ ਪੰਕਤੀ ਦੇ ਨੇੜੇ ਆਉਂਦਾ ਹੈ ਵੀ ਸ਼ਬਦਾਂ ਮਾਹੀ ਵਿਖਾਣੀ ਹੈ। ਇੱਥੇ ਸ਼ਬਦਾਂ ਦਾ ਅਰਥ ਬਣ ਜਾਣਾ ਜਵਾਨੋ ਜਵਾਨੀ, ਬਈ ਮੌਤ ਦੀ ਗੱਲ ਜਵਾਨੋ ਜਵਾਨੀ ਤਾਂ ਲੋਕੀ ਕਹਿੰਦੇ ਹਨ ਵੀ ਸੰਸਾਰ ਤੋਂ ਚਲੇ ਜਾਣਾ ਚਲੇ ਜਾਣਾ। ਸ਼ਬਦਾਂ ਮਾਹੀ ਵਿਖਾਣੀ ਹੈ, ਜਵਾਨੋ ਜਵਾਨੀ ਤਾਂ ਕਹਿੰਦੇ ਹਨ, ਪਰ ਵਿਰਲਾ ਬੁੱਝਾ ਕੋਈ। ਪਰ ਇਸ ਗੱਲ ਨੂੰ ਯਕੀਨੀ ਤੌਰ ਤੇ ਕੋਈ ਵਿਰਲਾ ਹੀ ਬੁੱਝਦਾ ਹੈ, ਨਿਸ਼ਚੈ ਕਰਦਾ ਹੈ। ਤਾਂ ਉੱਥੇ ਸ਼ਬਦਾਂ ਦੇ ਅਰਥ ਬਹੁਵਚਨ ਹੋ ਕਰਕੇ ਜਵਾਨੋ ਜਵਾਨੀ ਹੋ ਜਾਣਾ। ਇਹ ਧਿਆਨ ਰੱਖਣਾ ਇਸ ਸਪੈਲਿੰਗ ਸੰਗ੍ਰਹਿ ਦਾ।
ਸੱਸਾ ਬੱਬਾ ਦੱਦੇ ਨੂੰ ਕੰਨਾ ਹਾਹਾ, ਪਰ ਜਿਹੜਾ ਕੰਨਾ ਹੈ ਉਹਦੇ ਉੱਤੇ ਬਿੰਦੀ ਲਗਾ ਕਰਕੇ ਸ਼ਬਦਾਂ ਵਾਹੇ ਬੁਲਾ ਵਖਾਣੀ। ਇਸ ਤਰ੍ਹਾਂ ਇਹਦਾ ਉਚਾਰਨ ਕੀਤਾ ਜਾਣਾ ਚਾਹੀਦਾ। ਇੱਕ ਰੂਪ ਹੋਰ ਵੀ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਉਹ ਹੈਗਾ ਸੱਸਾ ਵਾਵਾ ਤੇ ਦੱਦਾ। ਆਖਿਰ ਬੇਅਖਤੰ ਕਸ ਨਾ ਦਾਰਜ, ਕਿਉਂ ਸ਼ਬਦ ਤਕਬੀਰ। ਵੀ ਜਦੋਂ ਇਹ ਸਰੀਰ ਡਿੱਗੇਗਾ, ਬੇਅਖਤੰ ਮੈਂ ਨਹੀਂ ਡਿੱਗਣਾ, ਮੌਤ ਹੋਏਗੀ, ਸਰੀਰ ਦੇ ਵਿੱਚੋਂ ਪ੍ਰਾਣ ਨਿਕਲਣਗੇ, ਤਾਂ ਕਸ ਨਾ ਦਰਦ, ਕਿਸੇ ਨੇ ਕੋਈ ਸਹਾਇਕ ਨਹੀਂ ਹੋਣਾ। ਕਿਉਂ ਸ਼ਬਦ ਤਕਬੀਰ। ਇੱਥੇ ਸ਼ਬਦ ਦਾ ਮਤਲਬ ਹੈ ਜਦੋਂ ਤਕਬੀਰ ਪੜ੍ਹੀ ਜਾਏਗੀ। ਤਕਬੀਰ ਜਿਹੜੀ ਜਨਾਜ਼ੇ ਦੀ ਨਮਾਜ਼ ਹੁੰਦੀ ਹੈ, ਉਹ ਜਿਹੜਾ ਜੀਵ ਸਾਡੇ ਕੋਲ ਚਲਾ ਗਿਆ ਹੁੰਦਾ ਹੈ, ਉਹਦੇ ਗੁਨਾਹਾਂ ਦੀ ਮੁਆਫੀ ਵਾਸਤੇ ਉਸ ਵੇਲੇ ਕਬਰ 'ਚ ਪਾਉਣ ਵੇਲੇ ਪੜ੍ਹੀ ਜਾਂਦੀ ਹੈ, ਉਹਨੂੰ ਤਕਬੀਰ ਆਖਦੇ ਆ। ਤੇ ਇੱਥੇ ਜਿਹੜਾ ਹੈ ਇਹ ਸ਼ਬਦ ਨਹੀਂ ਉਚਾਰਨ ਕਰਨਾ। ਇਹ ਸ਼ਬਦ ਬੱਬੇ ਵਾਲਾ ਜਿਹੜਾ ਹੈ ਉਹ ਬੱਬਾ ਵੀ ਨਹੀਂ ਲੱਗਣਾ ਚਾਹੀਦਾ, ਵਾਹ ਵਾ ਇੱਥੇ। ਤੇ ਵਾਹ ਦੇ ਉੱਤੇ ਅਦਕ ਨਾਲ ਬੋਲਣਾ ਹੈ, ਕਿਉਂਕਿ ਫਾਰਸੀ ਦਾ ਸ਼ਬਦ ਹੈ। ਜਦੋਂ ਤਕਬੀਰ ਦਾ ਸਮਾਂ ਹੋਏਗਾ, ਜਦੋਂ ਅੰਤਲਾ ਸਮਾਂ ਹੋਏਗਾ, ਇੱਥੇ ਹੋਵੇਗਾ ਦਾ ਅਰਥ ਰੱਖਦਾ ਹੈ ਇਹ ਸ਼ਬਦ, ਕਿਉਂ ਸ਼ਬਦ ਤਕਬੀਰ। ਤੇ ਇਹ ਦੋ ਥਾਵਾਂ ਦੇ ਉੱਤੇ ਨਾ ਜੀ ਇਹਨਾਂ ਸ਼ਬਦਾਂ ਦੇ ਜੋੜ ਦਾ ਜਿਹੜਾ ਉਹ ਅੰਤਰ ਸਮਝ ਲੈਣਾ ਔਰ ਦਿਮਾਗ ਦੇ ਵਿੱਚ ਵਸਾਉਣਾ ਬਹੁਤ ਜ਼ਰੂਰੀ ਹੈ ਪਾਠ ਕਰਨ ਵਾਲਿਆਂ ਨੂੰ। ਕਿਉਂਕਿ ਸ਼ਬਦ ਜਿਹੜਾ ਸੱਸਾ ਵਾਵੇ ਨਾਲ ਜਿਹੜਾ ਹੈ ਇਹ ਫਾਰਸੀ ਦਾ ਸ਼ਬਦ ਹੈ, ਇਹ ਮੂਲ ਰੂਪ ਵਿੱਚ ਉਸੇ ਤਰ੍ਹਾਂ ਹੀ ਰਹੇਗਾ। ਇਹਨੂੰ ਜੇ ਅਸੀਂ ਸ਼ਬਦ ਬੋਲਦੇ ਹਾਂ ਇਹ ਗਲਤ ਹੋ ਜਾਏਗਾ, ਇਹਦਾ ਅਰਥ ਕੋਈ ਨਹੀਂ ਨਿਕਲੇਗਾ ਉੱਥੇ ਤਕਬੀਰ ਦੇ ਨਾਲ ਜੁੜ ਕਰਕੇ। ਤੋ ਨਮਾਜ਼ ਜਿਹੜੀ ਅੰਤਲੀ ਨਮਾਜ਼, ਅੰਤਮੀ ਅਰਦਾਸ ਜਿਸ ਤਰ੍ਹਾਂ ਅਸੀਂ ਕਰਦੇ ਹਾਂ, ਉਹੀ ਉੱਥੇ ਉਹਨੂੰ ਤਕਬੀਰ ਕਹਿੰਦੇ ਆ। ਕਿਉਂ ਸ਼ਬਦ ਜਦੋਂ ਤਕਬੀਰ ਦੀ ਨਮਾਜ਼ ਹੋਏਗੀ ਉੱਥੇ ਅਰਥ ਬਣ ਜਾਣਾ ਉਹਦਾ। ਇਹ ਵਿਆਕਰਨਕ ਰੂਪ ਹੈ ਫਾਰਸੀ ਦਾ। ਇਸ ਕਰਕੇ ਇਹਨਾਂ ਦੋ ਸ਼ਬਦਾਂ ਨੂੰ, ਇੱਕ ਤਾਂ ਸ਼ਬਦਾਂ ਮਾਹੇ ਵਖਾਣੀਆਂ ਦਰਲਾ ਤਾਂ ਬੂਝਾ ਹੋਏ, ਇਹਦਾ ਅਰਥ ਅਲੱਗ, ਤੇ ਦੂਸਰੀ ਆਖਿਰ ਬੇਅਖਤਨ ਕਸ ਨਾ ਦਾਰਦ, ਕਿਉਂ ਸ਼ਬਦ ਤਕਬੀਰ। ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ। ਜਿੱਥੋਂ ਤੱਕ ਮੇਰੀ ਸਮਝ ਜਾਂ ਜਿੱਥੋਂ ਤੱਕ ਮੈਂ ਲੱਭਿਆ ਇਸ ਨੂੰ, ਤੇ ਉਹ ਆਪ ਜੀ ਦੇ ਨਾਲ ਸਾਂਝਾ ਕਰ ਦਿੱਤਾ ਹੈ। ਧੰਨਵਾਦ। ਸ਼ੁਕਰੀਆ ਗਿਆਨੀ ਜੀ। ਅੱਜ ਤੇ ਜਿਹੜਾ ਸਮਾਂ ਚੱਲ ਰਿਹਾ ਹੈ ਸਾਡੀ ਕੌਮ ਵਿੱਚ ਕਿ ਗੁਰਬਾਣੀ ਬਹੁਤ ਡੂੰਘਾ ਖਜ਼ਾਨਾ, ਬੜਾ ਵੱਡਾ ਖਜ਼ਾਨਾ, ਬਹੁਤ ਵੱਡਾ। ਹਾਂਜੀ, ਤੇ ਇਸ ਕਰਕੇ ਇਹਦੇ ਤੇ ਬੜਾ ਧਿਆਨ ਦੇਣ ਦੀ ਲੋੜ ਹੈ। ਪਰ ਦੇਖਣ 'ਚ ਆਮ ਤੌਰ ਤੇ ਆਇਆ ਵੀ ਅਸੀਂ ਦੇਖਾ ਦੇਖੀ ਕਰਦੇ ਹਾਂ, ਔਰ ਖਾਸ ਕਰਕੇ ਜਿਹੜਾ ਉਚਾਰਨ ਦਾ ਹੈ, ਅੱਜ ਉਚਾਰਨ ਦਾ ਮਸਲਾ ਬੜਾ ਗੰਭੀਰ ਹੈ। ਕੋਈ ਕਿਸੇ ਤਰ੍ਹਾਂ ਉਚਾਰਦਾ, ਕੋਈ ਕਿਸੇ ਤਰ੍ਹਾਂ ਉਚਾਰਦਾ। ਔਰ ਅਗਲੀ ਗੱਲ ਜਿਹੜੀ ਹੈ ਉਹ ਸਾਡੀ ਬਦਕਿਸਮਤੀ ਹੈ ਕਿ ਕੋਈ ਸੁਣਨ ਨੂੰ ਤਿਆਰ ਨਹੀਂ। ਤੁਸੀਂ ਕਹੋ ਵੀ ਇਹਦੀ, ਉਹ ਕਹਿੰਦੇ ਨਹੀਂ ਜੀ। ਹੁਣੇ MP ਸਿੰਘ ਜੀ ਨੇ ਬੜਾ ਵਧੀਆ ਦੱਸਿਆ ਸੀ ਵੀ ਉਹ ਕਹਿੰਦੇ ਨਹੀਂ, ਸਾਨੂੰ ਤੇ ਫਲਾਣੇ ਬਾਬੇ ਨੇ ਕਿਹਾ ਅਸੀਂ ਏਦਾਂ ਹੀ ਪੜ੍ਹਨਾ। ਹਾਂਜੀ। ਇਹ ਆਪਾਂ ਜਿਹੜੀ ਉਹ ਵਿਵੇਕ ਬੁੱਧੀ ਦੀ ਵਰਤੋਂ ਨਹੀਂ ਕਰਦੇ ਵੀ ਪਾਰਖੂ ਵੀ ਕਿਹੜੀ ਗੱਲ ਸਹੀ ਆ। ਔਰ ਦੂਜੀ ਗੱਲ ਵੀ ਮੈਂ ਸਮਝਾਂ ਵੀ ਸਾਡੇ 'ਚ ਰਿਸੈਪਟੇਬਿਲਿਟੀ ਬੜੀ ਘੱਟ ਹੈ ਕਿ ਇਹ ਹੋਣੀ ਚਾਹੀਦੀ, ਪੇਸ਼ੈਂਸ ਹੋਣੀ ਚਾਹੀਦੀ ਹੈ ਵੀ ਅਗਲੇ ਦੀ ਗੱਲ ਧਿਆਨ ਨਾਲ ਸੁਣੀਏ, ਪਰਖੀਏ, ਜੇ ਠੀਕ ਹੈ ਤੇ ਵਿਚਾਰ ਲਈਏ। ਸਾਨੂੰ ਬਿਲਕੁਲ ਜ਼ਿੱਦੀ ਹੋ ਕੇ ਨਹੀਂ ਚੱਲਣਾ ਚਾਹੀਦਾ। ਪਰ ਉਚਾਰਨ ਦੇ ਮਸਲੇ ਵਿੱਚ ਇਹ ਦੇਖਣ 'ਚ ਆਇਆ ਕਿ ਉਹੀ ਸ਼ਬਦ ਜਿਹੜਾ ਤੁਸੀਂ ਦੇਖੋਗੇ ਕੋਈ ਕਿਸੇ ਤਰ੍ਹਾਂ ਉਚਾਰ ਰਿਹਾ, ਕੋਈ ਕਿਸੇ ਤਰ੍ਹਾਂ ਉਚਾਰ ਰਿਹਾ। ਇਹ ਬੜਾ ਵੱਡਾ ਕਨਫਿਊਜ਼ਨ ਹੈ ਸਿੱਖ ਪੰਥ ਵਿੱਚ, ਤੇ ਇਹਦੇ 'ਚ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਔਰ ਸਹੀ ਉਚਾਰਨ ਜਿਹੜਾ ਗੁਰਬਾਣੀ ਦਾ ਸਹੀ ਉਚਾਰਨ, ਇਹਦੇ ਬਾਰੇ ਧਿਆਨ ਦੇਣ ਦੀ ਲੋੜ ਹੈ। ਔਰ ਸ਼ਨੀਚਰ ਐਤਵਾਰ ਜਿਵੇਂ ਚੇਅਰਮੈਨ ਸਾਹਿਬ ਸਾਨੂੰ ਦੱਸਦੇ ਨੇ, ਉਹ ਬੜੀਆਂ ਮਤਲਬ ਵੀ ਕੀਮਤੀ ਗੱਲਾਂ ਜਿਹੜੀਆਂ ਨੇ ਉਹ ਸਾਡੇ ਪੱਲੇ ਪੈ ਰਹੀਆਂ ਨੇ। ਤੋ ਲੋੜ ਹੈ ਗੁਰਬਾਣੀ ਦਾ ਸਹੀ ਉਚਾਰਨ ਦੀ ਇਸ ਵੇਲੇ। ਇਹ ਬੜਾ ਸਾਡੇ ਪੰਥ 'ਚ ਮਸਲਾ ਹੈ। ਤੋ ਗਿਆਨੀ ਅਮਰਪਾਲ ਸਿੰਘ ਜੀ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਇਹ ਦੱਸਿਆ। ਔਰ ਮੈਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਬਈ ਜਿਵੇਂ ਆਪ ਜੀ ਨੂੰ ਸਭ ਨੂੰ ਪਤਾ ਵੀ ਜਿਹੜੇ ਨਿਤਨੇਮ ਸਟੀਕ ਹੈ ਆਪਣੇ ਸਿੱਖ ਮਿਸ਼ਨਰੀ ਕਾਲਜ ਦੀ ਛਵੀ, ਉਹਦੇ ਵਿੱਚ ਹਰ ਥਾਂ ਤੇ ਨਾਲ ਹੀ ਇਹ ਨੋਟ ਦਿੱਤਾ ਵੀ ਇਹਨੂੰ ਬਿੰਦੀ ਲਾ ਕੇ ਬੁਲਾਣਾ, ਇਹਨੂੰ ਇੰਝ ਬੁਲਾਣਾ, ਧਿਆਨ ਰੱਖਣਾ ਚਾਹੀਦਾ। ਔਰ ਮੈਂ ਤੇ ਕੋਸ਼ਿਸ਼ ਇਹੀ ਕਰਦਾ ਹੁੰਦਾ ਵੀ ਜਿਸ ਵੇਲੇ ਨਿਤਨੇਮ ਕੀਤਾ ਜਾਏ ਤੇ ਸਟੀਕ ਤੋਂ ਕੀਤਾ ਜਾਏ। ਸਟੀਕ ਦਾ ਇਹ ਫਾਇਦਾ ਹੁੰਦਾ ਵੀ ਕੋਈ ਗੱਲ ਜਿਹੜੀ ਹੈ ਉਸੇ ਵੇਲੇ ਨਾਲੋਂ ਨਾਲ ਦੇਖੀ ਜਾ ਸਕਦੀ ਹੈ। ਤਾਂ ਮੇਰੀ ਸਲਾਹ ਹੈ ਕਿ ਜੇ ਆਪਾਂ ਇਹ ਕੋਸ਼ਿਸ਼ ਕਰੀਏ ਵੀ ਜਿਹੜਾ ਪਾਠ ਹੈ, ਨਿਤਨੇਮ ਹੈ, ਉਹ ਆਪਾਂ ਸਟੀਕ ਤੋਂ ਕਰੀਏ ਤੇ ਫਿਰ ਸਾਨੂੰ ਕਾਫੀ ਗਾਈਡੈਂਸ ਮਿਲ ਜਾਂਦੀ। ਕਿਉਂਕਿ ਥਾਂ ਤੇ ਲਿਖਿਆ ਤੇ ਬਿੰਦੀ ਬੁਲਾਣੀ ਹੈ, ਨਹੀਂ ਬੁਲਾਣੀ, ਇੰਝ ਕਰਨਾ ਹੈ, ਉਂਝ ਕਰਨਾ। ਹਾਂਜੀ ਗਿਆਨੀ ਜੀ। ਇੱਕ ਬੇਨਤੀ ਮੈਂ ਨਾਲ ਹੀ ਹੋਰ ਕਰਦੇ ਹਾਂ ਜੀ।
ਕਿ ਜਿਹੜੇ ਪੁਰਾਤਨ ਗਿਆਨੀ ਸਿੰਘ ਹੁੰਦੇ ਸਨ ਨੇ ਜੀ, ਪਾਠ ਸਿਖਾਉਣ ਵਾਲੇ ਜੀ, ਉਹ ਦੂਸਰੀਆਂ ਭਾਸ਼ਾਵਾਂ ਦੇ ਵਾਕਫ ਹੁੰਦੇ ਸੀ। ਠੀਕ ਕਿਉਂਕਿ ਹੈ, ਮੈਂ ਤਕਰੀਬਨ ਪਹਿਲਾਂ ਤਾਂ ਘਰ ਦੇ ਵਿੱਚ ਹੀ ਸਾਡੇ ਵਿਦਿਆ ਹੈਗੀ ਸੀ। ਸਾਡੇ ਠੀਕ। ਨਾਨਾ ਜੀ ਜਿਹੜੇ ਉਹ ਬਹੁਤ ਵਿਦਵਾਨ ਸੀਗੇ, ਅੱਛਾ, ਪੁਰਾਤਨ ਵਿਦਵਾਨ ਸੀਗੇ। 92 ਸਾਲ ਦੀ ਉਮਰ ਦੇ ਵਿੱਚ ਚੜ੍ਹਾਈ ਕਰਦੇ ਸੀ, ਪਰ ਅਸੀਂ ਥੋੜਾ ਅਰਸਾ ਉਹਨਾਂ ਦੀ ਸੰਗਤ ਮਾਣੀ ਹੈ। ਤੇ ਜਿਨ੍ਹਾਂ ਗਿਆਨੀ ਜੀ ਕੋਲੋਂ ਅਸੀਂ, ਇੱਕ ਗਿਆਨੀ ਨਹੀਂ ਕਈ ਗਿਆਨੀ ਸਾਹਿਬ ਸਾਹਮਣੇ ਇੱਥੇ ਤੱਕ ਸਾਹਿਬ ਦੇ ਉੱਤੇ ਆਏ ਹੋਏ, ਗਿਆਨੀ ਦਲੀਪ ਸਿੰਘ ਹੋਣੀ ਬੜੇ ਵਿਦਵਾਨ ਸੀਗੇ, ਗਿਆਨੀ ਗੁਰਚਰਨ ਸਿੰਘ ਵੈਦ ਉਹਨਾਂ ਨੂੰ ਕਿਹਾ ਜਾਂਦਾ ਸੀ, ਬੜੇ ਵਿਦਵਾਨ ਸੀਗੇ। ਤੇ ਗਿਆਨੀ ਸ਼ਰਮ ਸਿੰਘ ਜੀ ਜਥੇਦਾਰ ਸੀਗੇ ਕੇਸਗੜ੍ਹ ਸਾਹਿਬ ਦੇ, ਉਹ ਬੜੇ ਵਿਦਵਾਨ ਸੀਗੇ। ਤੇ ਸਭ ਤੋਂ ਪਹਿਲੇ ਜਿਹੜੇ ਸਾਡੀ ਸੋਝੀ ਦੇ ਵਿੱਚ ਇੱਥੇ ਜਥੇਦਾਰ ਸਾਹਿਬ ਸੀ, ਗਿਆਨੀ ਪ੍ਰਤਾਪ ਸਿੰਘ ਸੀਗੇ, ਜਿਹੜੇ ਹੱਲੇ ਗੁੱਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਸੀ। ਤੁਹਾਨੂੰ ਪਤਾ ਹੋਣਾ ਅਕਾਲ ਤਖਤ ਦੇ ਵੀ ਜਥੇਦਾਰ ਰਹੇ, ਕੇਸਗੜ੍ਹ ਸਾਹਿਬ ਦੇ ਵੀ ਜਥੇਦਾਰ ਰਹੇ, ਔਰ ਪਿਛੋਕਾ ਉਹਨਾਂ ਦਾ ਜੰਮੂ ਦਾ ਸੀ। ਇਸ ਕਰਕੇ ਉਹ ਉਰਦੂ, ਫਾਰਸੀ, ਸੰਸਕ੍ਰਿਤ ਅਨੇਕ ਭਾਸ਼ਾਵਾਂ ਦੇ ਜਾਣਕਾਰ ਸਨ। ਜਿਸ ਕਰਕੇ ਫਿਰ ਇੱਕ ਗਿਆਨੀ ਨੰਦ ਸਿੰਘ ਹੋਏ ਹਨ ਇੱਥੇ ਤੱਕ ਸਾਹਿਬ ਦੇ ਉੱਤੇ, ਉਹ ਵੀ ਬੜੇ ਵਿਦਵਾਨ ਸੀਗੇ, ਹੈੱਡ ਗ੍ਰੰਥੀ ਸੀਗੇ। ਉਹਨਾਂ ਲੋਕਾਂ ਦੀ ਸੰਗਤ ਜਿਨ੍ਹਾਂ ਨੂੰ ਮਿਲੀ ਹੈ, ਮੈਂ ਸਮਝਦਾ ਵੀ ਉਹਨਾਂ ਕੋਲੋਂ ਜੋ ਕੁਛ ਅਸੀਂ ਲੋਕਾਂ ਨੇ ਜਾਂ ਹੋਰ ਸਾਡੇ ਭਰਾਵਾਂ ਨੇ ਸਿੱਖਿਆ, ਉਹ ਅੱਜ ਮਿਲ ਹੀ ਨਹੀਂ ਰਿਹਾ। ਕਿਉਂਕਿ ਅੱਜ ਜਿਹੜੇ ਪੜ੍ਹਾਉਣ ਵਾਲੇ ਨੇ, ਉਹਨਾਂ ਨੂੰ ਦੂਸਰੀਆਂ ਭਾਸ਼ਾਵਾਂ ਦਾ ਕੋਈ ਗਿਆਨ ਨਹੀਂ ਹੈ, ਔਰ ਨਾਲ ਹੀ ਨਾਲ ਜਿਹੜੀ ਪੰਜਾਬੀ ਦੀ ਮੂਲਕ ਰੂਪ ਦੇ ਵਿੱਚ ਸਿੱਖਿਆ ਹੈ, ਉਹਦੇ ਤੋਂ ਵੀ ਸੱਖਣੇ ਨੇ। ਮੁਹਾਰਨੀ ਜਿਸ ਤਰ੍ਹਾਂ ਅਸੀਂ ਪੜ੍ਹਦੇ ਸੀਗੇ, ਹਿਵਜ ਕਰਦੇ ਸੀਗੇ, ਯਾਦ ਕਰਦੇ ਸੀਗੇ, ਜਿਸ ਤਰ੍ਹਾਂ ਸਾਨੂੰ ਪੜ੍ਹਾਇਆ ਜਾਂਦਾ ਸੀ, ਪਹਿਲੀ ਕਲਾਸ ਇਸੇ ਕੰਮ ਦੀ ਹੁੰਦੀ ਸੀ ਹਾਂਜੀ, ਉਹਦੇ ਵਿੱਚ ਬੜਾ ਕੁਝ ਮਿਲ ਜਾਂਦਾ ਸੀ। ਅੱਛਾ, ਹੁਣ ਮੈਂ ਇੱਕ ਹੋਰ ਨੁਕਤਾ ਤੁਹਾਨੂੰ ਸਮਝਾ ਦਿਆਂ ਬਈ ਗੌੜੀ ਦੀ ਵਾਰ ਜਿਹੜੀ ਦੂਸਰੀ ਹੈ ਨਾ, ਰਾਏ ਕਮਾਲ ਦੀ ਮੌਜ ਦੀ ਕੀ ਵਾਰ ਕੀ ਧੁਨੀ ਗਾਵਣੀ, ਉੱਥੇ ਕਮਾਲ ਦੀ ਤੇ ਮੌਜ ਦੀ, ਇਹਨੂੰ ਵੀ ਸਮਝਣਾ ਚਾਹੀਦਾ ਇਹਦੇ ਬਾਰੇ। ਇਹ ਜੇ ਇਹ ਉਚਾਰਨ ਹੋਏਗਾ, ਕਿਉਂਕਿ ਇਹ ਦੋ ਨਾਮ ਨੇ, ਪਰ ਇਹ ਨਾਮ ਲਿਖਤ ਦੇ ਵਿੱਚ ਸ਼ੁੱਧੀ ਵਿੱਚ ਨਹੀਂ ਹੈ। ਇਹਨਾਂ ਨੂੰ ਸ਼ੁੱਧ ਬੋਲਣ ਦੇ ਵਾਸਤੇ ਇਹਦੇ ਦੱਦੇ ਦੇ ਉੱਤੇ ਦੋਵਾਂ ਦੇ ਬਿੰਦੀਆਂ ਲਗਾਉਣੀਆਂ ਪੈਣੀਆਂ, ਰਾਏ ਕਮਾਲ ਦੀ ਤੇ ਰਾਏ ਮੌਜ ਦੀ। ਇਹਦਾ ਦੀਨ ਤੋਂ ਦੀ ਬਣ ਗਿਆ। ਇਹ ਜ਼ਫਰਨਾਮੇ ਦੇ ਵਿੱਚ ਵੀ ਇਹ ਬਿੰਦੀ ਜਿਹੜੀ ਹੈ ਆਉਂਦੀ ਹੈਗੀ ਆ। ਹੁਣ ਮੈਨੂੰ ਸ਼ੇਰ ਯਾਦ ਨਹੀਂ ਰਿਹਾ ਇਸ ਵੇਲੇ, ਕਿਉਂਕਿ ਇੱਕਦਮ ਹੀ ਸਾਰਾ ਕੁਝ ਸਾਹਮਣੇ ਆ ਗਿਆ, ਤੇ ਮੈਂ ਸ਼ੇਰ ਦਾ ਵੈਸੇ ਮੈਨੂੰ ਯਾਦ ਇਸ ਵੇਲੇ ਯਾਦ ਹੀ ਨਹੀਂ ਆ ਰਿਹਾ ਨਾ। ਖੈਰ ਤੇ ਫਿਰ ਕਿਸੇ ਨੂੰ ਗੱਲ ਨੂੰ ਕਰ ਲਾਂਗੇ। ਅੱਛਾ, ਉਹ ਦੀਨ ਦੀ ਥਾਂ, ਨੰਨੇ ਦੀ ਥਾਂ ਜਿਹੜਾ ਨਹੀਂ ਜੀ, ਉਹ ਬਿੰਦੀ ਲੱਗੀ ਹੋਈ ਹੈ। ਇਸ ਕਰਕੇ ਜਦੋਂ ਵੀ ਉਹਨੂੰ ਪੜ੍ਹਨਾ ਹੈ, ਰਾਏ ਕਮਾਲ ਦੀ ਮੌਜ ਦੀ ਕੀ ਵਾਰ ਕੀ ਧੁਨੀ, ਉੱਥੇ ਹੋ ਜਾਣਾ ਮੌਜ ਦੀਨ ਦੀ, ਔਰ ਜਿਹੜੀ ਕਮਾਲ ਦੀਨ ਦੀ ਵਾਰ ਦੀ ਧੁਨੀ ਹੈ, ਉਹਦੇ ਅਨੁਸਾਰ ਇਸ ਵਾਰ ਦੀ ਧੁਨੀ ਨੂੰ ਕਾਇਮ ਰੱਖਣਾ। ਸੋ ਇਹ ਥੋੜੇ ਨੁਕਤੇ ਜਿਹੜੇ ਕਦੇ ਕਦੇ ਆਪਾਂ ਕੋਸ਼ਿਸ਼ ਕਰਾਂਗੇ ਦੱਸਣ ਦੀ। ਅੱਛਾ, ਜਿਹੜਾ ਅਸੀਂ ਸ਼ਲੋਕ ਸ਼ਬਦ ਬੋਲਦੇ ਹਾਂ ਨਾ ਜੀ, ਉਹਨੂੰ ਵੀ ਸੋਧ ਲੈਣਾ ਚਾਹੀਦਾ। ਉਹ ਵੀ ਸੱਸੇ ਨੂੰ ਬਿੰਦੀ ਲਾ ਕੇ ਬੋਲਿਆ ਜਾਣਾ ਚਾਹੀਦਾ, ਕਿਉਂਕਿ ਸੰਸਕ੍ਰਿਤ ਦਾ ਮੂਲ ਰੂਪ ਵਿੱਚ ਸ਼ਬਦ ਸ਼ਲੋਕ ਬੋਲਿਆ ਜਾਣਾ ਚਾਹੀਦਾ, ਸ਼ਲੋਕ ਨਹੀਂ ਬੋਲਿਆ ਜਾਣਾ ਚਾਹੀਦਾ। ਇਹ ਵਿਗਾੜ ਦਿੱਤਾ ਹੋਇਆ ਸ਼ਬਦ ਹੈ ਸਾਡੇ ਲੋਕਾਂ ਨੇ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ, ਜਾਂ ਕੁਝ ਹੋਰ ਸਰੀਰਕ ਤੌਰ ਤੇ ਵੀ ਕਈ ਸ਼ੀਨ ਸ਼ਬਦ ਨਹੀਂ ਬੋਲ ਸਕਦੇ, ਸ਼ਾਹ ਨਹੀਂ ਬੋਲ ਸਕਦੇ, ਕਈ ਸੱਸਾ ਨਹੀਂ ਬੋਲ ਸਕਦੇ। ਇਸ ਤਰ੍ਹਾਂ ਦੀ ਮਿਸਾਲਾਂ ਮੇਰੇ ਕੋਲ ਹੈਗੀਆਂ ਨੇ, ਤੇ ਉਹ ਹੁਣ ਇਹਦੇ ਵਿਆਖਿਆ ਵਿੱਚ ਨਹੀਂ ਲਿਆਣੀਆਂ। ਇਹ ਕੁਦਰਤੀ ਤੌਰ ਤੇ ਵੀ, ਜਿਸ ਤਰ੍ਹਾਂ ਮਾਲਵੇ ਦੇ ਵਿੱਚ ਵੀ ਕਈ ਤਾਂ ਸ਼ਾਹ ਨੂੰ ਬੋਲਦੇ ਆ, ਉਹ ਸਾਰੀਆਂ ਥਾਵਾਂ ਦੇ ਉੱਤੇ ਸੱਸੇ ਨੂੰ ਸ਼ਾਹ ਹੀ ਬੋਲੀ ਜਾਂਦੇ ਆ। ਕਈ ਹੈਗੇ ਜਿਹੜੇ ਸ਼ਾਹ ਬੋਲ ਹੀ ਨਹੀਂ ਸਕਦੇ, ਉਹ ਦੁਸ਼ਮਣ ਨੂੰ ਦੁਸ਼ਮਣ ਹੀ ਬੋਲਣਗੇ। ਇਸ ਤਰ੍ਹਾਂ ਦਾ ਸਪਸ਼ਟ ਨੂੰ ਸਪਸ਼ਟ ਹੀ ਬੋਲਣਗੇ। ਉਹ ਗਲਤੀਆਂ ਜਿਹੜੀਆਂ ਨੇ ਉਹ ਸੁਭਾਵਿਕ ਤੌਰ ਤੇ ਵੀ ਇਲਾਕਾਈ ਪ੍ਰਭਾਵ ਕਰਕੇ ਤੇ ਵੈਦਰ ਦੇ ਭਾਵ ਕਰਕੇ ਵੀ ਕੁਝ ਆਈਆਂ, ਕੁਝ ਬੇਧਿਆਨੀ ਦੇ ਵਿੱਚ ਬਹੁਤੀਆਂ ਆਈਆਂ ਹੋਈਆਂ ਨੇ, ਜਿਸ ਕਰਕੇ ਇਹਨਾਂ ਦਾ ਸਾਨੂੰ ਹੁਣ ਇੱਕ ਗੱਲ ਮੈਂ ਹੋਰ ਦੱਸ ਦਿਆਂ ਜੀ। ਹਾਂਜੀ, ਦੱਸੋ। ਅੱਛਾ, ਗੌੜੀ ਆਪਣੇ ਟੋੜੀ ਰਾਗ ਦੇ ਵਿੱਚ ਆਉਂਦਾ ਹੈ, ਗਰਭ ਗੈਲੜੋ ਮੂੜੜੋ ਰੇ ਕੀਓ ਮਾਰ ਆਜਲੀ ਮਾਰ। ਇੱਥੇ ਸਾਰੇ ਜਿਹੜੇ ਨੇ, ਜਦੋਂ ਅਸੀਂ ਕਥਾ ਵੀ ਸੁਣਦੇ ਹਾਂ ਦਰਬਾਰ ਸਾਹਿਬ ਦੀ, ਉੱਥੇ ਵੀ ਕਥਾ ਪੜ੍ਹਨ ਵਾਲਾ ਜਿਹੜਾ ਇਹ ਉਕਾਈਆਂ ਕਰਦਾ, ਉੱਥੇ ਮਹਿਰਾਜ ਬੋਲਦੇ ਆ, ਜਦ ਕਿ ਇਹ ਮਾਝੇ ਦੀ ਭਾਸ਼ਾ ਹੈ। ਜਦੋਂ ਅਸੀਂ
ਉਹਨਾਂ ਨੂੰ ਮਹਾਰਾਜ ਬੋਲਦਾ ਸੁਣਦੇ ਹਾਂ ਤਾਂ ਉਹ ਉਸੇ ਤਰ੍ਹਾਂ ਹੀ ਬੋਲਦੇ ਹੈ, ਮੰਮਾ ਹਾਹਾ ਰਾਰੇ ਨੂੰ ਕੰਨਾ ਜੱਜਾ। ਹਾਹੇ ਨੂੰ ਕੰਨਾ ਨਹੀਂ ਲਗਾਉਂਦੇ ਉਹ ਬੋਲਣ ਵੇਲੇ, ਮਹਾਰਾਜ ਹੀ ਕਹਿੰਦੇ। ਕਦੇ ਵੀ ਤੁਸੀਂ ਕਿਸੇ ਮਾਝੇ ਵਾਲੇ ਤੋਂ ਸੁਣ ਲਵੋਗੇ। ਇਸੇ ਤਰ੍ਹਾਂ ਇਹ ਸ਼ਬਦ ਜਿਹੜਾ ਮਹਾਰਾਜ ਹੈ, ਇਹ ਰਾਜਸਥਾਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਬੋਲਿਆ ਜਾਂਦਾ। ਇਹ ਸਾਨੂੰ ਧਿਆਨ ਰੱਖਣਾ ਹੋਵੇਗਾ। ਮਹਾਰਾਜ ਸ਼ਬਦ ਨਹੀਂ ਹੈ, ਇਹ ਮਹਾਰਾਜ ਸ਼ਬਦ ਹੈ। ਆਵਾਜ਼ ਬੰਦ ਹੋ ਗਈ? ਕਹਿੰਦੇ ਨਹੀਂ ਜੀ ਆਵਾਜ਼ ਬੰਦ ਹੋ ਗਈ ਹੈ। ਨਹੀਂ ਠੀਕ ਹੈ ਜੀ, ਠੀਕ, ਆਵਾਜ਼ ਠੀਕ ਇੱਧਰ ਤਾਂ ਠੀਕ ਚੱਲਦੀ ਹੈ ਜੀ, ਠੀਕ ਆ ਰਹੀ। ਸੋ ਇਹਨਾਂ ਨੁਕਤਿਆਂ ਨੂੰ ਜਰਾ ਕਿ ਜ਼ਰੂਰ ਸਮਝਣਾ ਚਾਹੀਦਾ। ਇਹ ਨੁਕਤੇ ਜਿਹੜੇ ਨੇ ਇਹ ਸਾਡੇ ਸੰਗਤ ਦੇ ਸਾਹਮਣੇ ਵੀ ਆਉਣੇ ਚਾਹੀਦੇ ਹਨ, ਤਾਂ ਕਿ ਇਹ ਜਿਹੜੀਆਂ ਕਲਾਸਾਂ ਲੱਗਦੀਆਂ ਹਨ ਉਹਨਾਂ ਦੇ ਵਿੱਚ ਸੁਚੇਤਤਾ ਦੇ ਨਾਲ ਇਹਦੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ ਜੀ। ਸ਼ੁਕਰੀਆ ਜੀ। ਗਿਆਨੀ ਜੀ ਨੇ ਬਹੁਤ ਹੀ ਵਿਸਥਾਰ ਸਹਿਤ ਸਾਨੂੰ ਇਹ ਤਾਂ ਦੱਸਿਆ। ਔਰ ਇਹ ਜਿਸ ਤਰ੍ਹਾਂ ਮੈਂ ਪਹਿਲੇ ਬੇਨਤੀ ਕੀਤੀ ਹੈ ਵੀ ਉਚਾਰਨ ਦਾ ਜਿਹੜਾ ਵਿਸ਼ਾ ਹੈ ਇਹ ਬੜਾ ਧਿਆਨ ਮੰਗਦਾ ਸਾਨੂੰ। ਤੋ ਸ਼ੁਕਰੀਆ ਆਪ ਜੀ ਦਾ ਬਹੁਤ ਬਹੁਤ।